ਕੇ ਜਾ ਕਰ ਜਾਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਸੋ ਨਿਹਾਲ ਹੋ ਜਾਵੇ। ਲੇਜ਼ਰ ਹੈ, ਲੇਜ਼ਰ ਨਾਲ ਅੱਖਾਂ ਦਾ ਆਪਰੇਸ਼ਨ ਹੁੰਦਾ, ਪੱਥਰੀ ਦਾ ਆਪਰੇਸ਼ਨ ਹੁੰਦਾ। ਅੱਜ ਦੇ ਯੁੱਗ ਵਿੱਚ ਲੇਜ਼ਰ ਕਿੰਨੀ ਮਹੱਤਤਾ ਅੱਗੇ ਹੋਰ ਵਧੇਗੀ। ਪਾੜਨ ਦੀ ਲੋੜ ਹੀ ਨਹੀਂ, ਲੇਜ਼ਰ ਨਾਲ ਹੀ ਪੱਥਰੀ ਤੋੜਤੀ ਅੰਦਰੋਂ, ਲੇਜ਼ਰ ਨਾਲ ਹੀ ਅੱਖਾਂ ਬਣਾਤੀਆਂ। ਲੇਜ਼ਰ ਦੇ ਪ੍ਰਕਾਸ਼ ਨੂੰ ਆਪਾਂ ਮੰਨਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਤਾ ਦੇ ਪ੍ਰਕਾਸ਼ ਨੂੰ ਕੋਈ ਮੰਨਦਾ ਨਹੀਂ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਦੇਖ ਕੇ ਰੋਗ ਦੂਰ ਕਰ ਦੇਣਾ, ਇਹ ਵੀ ਲੇਜ਼ਰ ਹੀ ਹੈ। ਦੁਨਿਆਵੀ ਲੇਜ਼ਰ ਸਤਿਗੁਰੂ ਮਹਾਰਾਜ ਜੀ ਦੀ ਨਿਗਾਹ ਪੈ ਗਈ। ਕਿਰਪਾ ਕਟਾਖ ਅਵਲੋਕਨ ਕੀਨੋ ਅੰਦਾਸ ਕਾ ਦੁਖ ਵਿਦਾਰਿਓ। ਗੁਰੂ ਦੀ ਨਿਗਾਹ ਵਿੱਚ ਕੀ ਚੀਜ਼? ਸ਼ਬਦ ਵਿੱਚ ਇਹੀ ਤਾਕਤ ਹੈ ਕਿ ਸ਼ਬਦ ਸਾਡੇ ਕਰਮ ਨੂੰ ਬਦਲਦਾ, ਕਰਮ ਨੂੰ ਬਣਾਉਂਦਾ, ਮਾੜੇ ਕਰਮ ਨੂੰ ਕੱਢਦਾ। ਪਟਿਆਲੇ ਹੋਤੀ ਮਰਦਾਨ ਦੇ ਗੁਰਦੁਆਰੇ 'ਚ ਹੁਣ ਬਾਬਾ ਜੀ ਚੜ੍ਹਾਈ ਕਰ ਗਏ। ਉਹ ਬਹੁਤ ਬਿਰਧ ਸੀਗੇ, ਬਹੁਤ ਬਜ਼ੁਰਗ ਸੀਗੇ। ਮੈਂ ਕਿਹਾ ਤੁਸੀਂ ਬਾਬਾ ਜੀ? ਕਹਿੰਦੇ ਮੈਂ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਦਰਸ਼ਨ ਕੀਤੇ ਹੋਏ ਆ ਛੋਟੇ ਹੁੰਦੇ ਨੇ। ਕਹਿੰਦੇ ਉਹ ਨਾ ਮੈਨੂੰ ਇੱਕ ਗੱਲ ਕਹੀ ਸੀ ਜਦੋਂ ਵੀ ਬਾਬਾ ਜੀ ਤੁਸੀਂ ਹੁਣ ਜਾਣਾ, ਕੋਈ ਉਪਦੇਸ਼ ਕਰ ਜੋ। ਕਹਿੰਦੇ ਪੁੱਤ ਪੂਰੀ ਜ਼ਿੰਦਗੀ ਇਹ ਦੋ ਪੰਕਤੀਆਂ ਨਾ ਛੱਡੀ। ਸ਼ਲੋਕ ਜਿਹੜਾ ਇਹ ਸ਼ਲੋਕ ਉੱਤੇ ਲਿਖਿਆ ਨਹੀਂ ਹੋਇਆ ਵੈਸੇ ਸਹਿਸਕ੍ਰਿਤੀ ਦੇ ਵਿੱਚ, ਕਹਿੰਦੇ ਇਹ ਹਰੇਕ ਗ੍ਰਸਤੀ ਨੂੰ ਪੜ੍ਹਨਾ ਚਾਹੀਦਾ। ਤੁਸੀਂ ਵੀ ਕੰਠ ਕਰ ਲਓ, ਦੋ ਪੰਕਤੀਆਂ ਹੀ ਆ। ਘੋਰ ਦੁਖਯੰ ਅਨਕ ਹਤਯੰ ਜਨਮ ਦਾਰਿਦ੍ਰਯੰ ਮਹਾਵਿਖਿਆਤੰ ਮਿਟੰਤ ਸਕਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕ੍ਰੋਧ ਹੈ। ਦੋ ਪੰਕਤੀਆਂ ਬਾਰੇ ਹੁਣ ਇਹਨੂੰ ਵਿਸਥਾਰ ਵਿੱਚ ਲੈ ਜਾਈਏ ਤਾਂ ਘੋਰ ਦੁਖਯੰ, ਘੋਰ ਦੁੱਖ ਚਿੰਬੜੇ ਹੋਏ ਜਿਹਨੂੰ ਇੰਨੇ ਭਿਆਨਕ ਦੁੱਖ ਨੇ। ਕਈ ਲੋਕਾਂ ਨੂੰ ਕਹਿੰਦੇ ਇਹ ਜਿਹੇ ਦੁੱਖ ਨੇ ਦੱਸ ਨਹੀਂ ਸਕਦੇ, ਇੰਨੇ ਦੁੱਖ ਚਿੰਬੜੇ ਹੋਏ ਆ ਨਾ। ਕਿਉਂਕਿ ਸਾਡਾ ਤਾਂ ਸੰਗਤ ਨਾਲ ਹੀ ਰੋਜ਼ ਮੇਲ ਮਿਲਾਪ ਰਹਿੰਦਾ। ਘੋਰ ਦੁਖਯੰ ਅਨਕ ਹਤਯੰ, ਬਹੁਤ ਹੱਤਿਆ ਕੀਤੀਆਂ ਹੋਈਆਂ, ਪਾਪੀ ਹਾਂ ਮੈਂ ਤਾਂ ਪਾਪੀ। ਘੋਰ ਦੁਖਯੰ ਅਨਕ ਹਤਯੰ ਜਨਮ ਦਾਰਿਦ੍ਰਯੰ, ਬਚਪਨ ਤੋਂ ਗਰੀਬੀ ਤੋਂ ਲੈ ਕੇ ਦਲਿੱਦਰ ਪਿਆ ਹੋਇਆ ਘਰ ਦੇ ਵਿੱਚ, ਗਰੀਬੀ ਹੀ ਗਰੀਬੀ ਹੈ। ਉਹ ਵੀ ਦਲਿੱਦਰੀ ਆਲਸੀ ਬਣਿਆ ਫਿਰਦਾ ਕੋਈ। ਬਹੁਤ ਨੁਕਸਾਨ ਹੈ ਘਰ ਦੇ ਵਿੱਚ, ਮਾਇਆ ਹੈ ਹੀ ਨਹੀਂ। ਕਹਿੰਦੇ ਫਿਰ ਹੋਰ ਕੋਈ ਦੁੱਖ? ਕਹਿੰਦੇ ਫਿਰ ਬੜੇ ਬੜੇ ਝਗੜੇ ਮੇਰੇ ਗਲ ਪਏ ਨੇ, ਮੁਕੱਦਮੇ ਇੰਨੇ ਨੇ ਮੇਰੇ ਸਿਰ ਤੇ। ਮੇਰੇ ਕੋਲ ਵੀ ਕਈ ਮਿਲਦੇ, ਕਹਿੰਦੇ 7 ਤਾਂ ਮੁਕੱਦਮੇ ਚੱਲਦੇ, ਕੋਈ ਕਹਿੰਦਾ ਮੇਰੇ ਤੇ 15 ਮੁਕੱਦਮੇ ਚੱਲਦੇ। ਘੋਰ ਦੁੱਖੰ ਅਨਕ ਹਤਯੰ ਜਨਮ ਦਾਰਿਦ੍ਰਯੰ ਮਹਾ ਵਿਖਿਆਤੰ। ਵਿਖਿਆਤੰ ਹੁੰਦਾ ਝਗੜੇ ਖੜੇ ਹੋ ਜਾਣੇ। ਬੜਾ ਔਖਾ ਕੰਮ ਹੋਇਆ ਬਈ। ਬਿਮਾਰ ਵੀ ਹੈ, ਕਈ ਹੱਤਿਆਵਾਂ ਵੀ ਹੋ ਗਈਆਂ, ਜਨਮ ਦਾ ਦਲਿੱਦਰੀ ਗਰੀਬੀ ਹੈ, ਝਗੜੇ ਇੰਨੇ ਖੜੇ ਹੋਏ ਪਏ ਨੇ। ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ। ਸਤਿਗੁਰੂ ਕਹਿੰਦੇ ਨਾਮ ਦੇ ਨਾਲ ਹੀ ਲੇਜ਼ਰ ਕਿਰਨ ਫਿਰ ਜਾਂਦੀ, ਦਿਖਦੀ ਨਹੀਂ ਹੈ। ਮਸਤਕ ਦੇ ਉੱਤੇ ਹੀ ਆ ਜਿਹੜੇ ਆਪਾਂ ਬਾਜ਼ਾਰ ਮਾਲ ਵਿੱਚ ਚੀਜ਼ ਲੈਂਦੇ ਆ, ਉਹ ਕੀ ਚੀਜ਼ ਹੈ ਕੋ ਬਸ ਸਾਹਮਣੇ ਕਰਦੇ ਟੁੱਕ ਟੁੱਕ, ਉਹ ਸਾਰਾ ਰੇਟ ਉੱਪਰ ਆਈ ਜਾਂਦਾ। ਉਹ ਕੀ ਚੀਜ਼ ਆ? ਉਹ ਸਮਝ ਤਾਂ ਲੱਗਦੀ ਉਹ ਲੈਂਦਾ ਜਾਂ ਕੀ ਚੀਜ਼ ਹੈ, ਪਰ ਰੇਟ ਸਾਰਾ ਉਹ ਸਿਰਫ ਉਹ ਚੀਜ਼ ਦੇਖ ਕੇ ਹੀ ਸਭ ਕੁਝ ਆ। ਸਾਡੇ ਮੱਥੇ ਦੇ ਉੱਤੇ ਲੇਖ ਲਿਖੇ ਹੋਏ ਨੇ, ਪਰ ਸਾਨੂੰ ਉਹਨਾਂ ਦੀ ਸਮਝ ਨਹੀਂ ਹੈ। ਉਹਨਾਂ ਲੇਖਾਂ ਦੀ ਸਮਝ ਸਤਿਗੁਰੂ ਨੂੰ ਹੈ ਕਿ ਇਹਦੇ ਮੱਥੇ ਉੱਤੇ ਕੀ ਲਿਖਿਆ। ਪਰ ਸਤਿਗੁਰੂ ਕਹਿੰਦੇ ਲੇਖ ਨਾ ਮਿਟੇ ਇਹ ਸਖੀ, ਜੋ ਲਿਖਿਆ ਕਰਤਾਰ ਉਹ ਲੇਖ ਮਿਟ ਨਹੀਂ ਸਕਦਾ ਜੋ ਕਰਤਾਰ ਨੇ ਲਿਖਿਆ ਤੇ ਮੱਥੇ ਤੇ। ਪਰ ਕਰਤਾਰ ਸ਼ਬਦ ਰੂਪ ਹੋ ਕੇ ਉਸ ਲੇਖ ਨੂੰ ਖਤਮ ਕਰ ਸਕਦਾ। ਰਾਮਾਨੰਦ ਭਗਤ ਜੀ ਕਹਿੰਦੇ ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਸੁਪਨੇ ਵਿੱਚ ਭੁਗਤਾਇਆ ਜਾ ਸਕਦਾ, ਮੱਥਾ ਟੇਕਣ ਨਾਲ ਹੀ ਉਹ ਕਰਮ ਖਤਮ ਹੋ ਸਕਦਾ। ਬੜੀਆਂ ਚੀਜ਼ਾਂ ਜਿਹੜੀਆਂ ਪੁਰਾਣੇ ਸਮੇਂ ਵਿੱਚ ਹੁੰਦੀਆਂ ਸੀ, ਅੱਜ ਉਹਨਾਂ ਨੂੰ ਨਿੰਦਿਆ ਜਾਂਦਾ, ਗਲਤ ਕਿਹਾ ਜਾਂਦਾ, ਪਰ ਉਹੀ ਚੀਜ਼ਾਂ ਬਾਅਦ ਵਿੱਚ ਕੰਮ ਆਉਣਗੀਆਂ। ਤਾਂ ਹੀ ਉਹ ਸਤਿਗੁਰੂ ਨੇ ਬਚਨ ਕੀਤਾ, ਖੁਆਰ ਹੋਏ ਸਭ ਮਿਲਣਗੇ। ਇਹ ਖੁਆਰ ਹੋਣਗੇ, ਇਹ ਫਿਰ ਮਿਲਣਗੇ। ਖੁਆਰ ਕਿਉਂ ਹੋਣਗੇ? ਕਿਉਂਕਿ ਆਪਣੇ ਦਿਮਾਗ ਨੂੰ ਜ਼ਿਆਦਾ ਵੱਡਾ ਮੰਨਣਗੇ ਤੇ ਸਤਿਗੁਰੂ ਨੂੰ ਘੱਟ, ਗੁਰਮਤ ਨੂੰ ਛੋਟਾ ਮੰਨਣਗੇ, ਆਪਣੇ ਦਿਮਾਗ ਨੂੰ ਵੱਡਾ ਮੰਨਣਗੇ। ਜਦ ਤੱਕ ਸਿੱਖ ਆਪਣੇ ਦਿਮਾਗ ਨੂੰ ਵੱਡਾ ਮੰਨਦਾ, ਮਨਮਤ ਕਰਦਾ, ਉਦੋਂ ਤੱਕ ਇਹ ਕਾਮਯਾਬ ਨਹੀਂ ਹੁੰਦਾ।
ਵੱਡੇ ਵੱਡੇ ਮਹਾਂਪੁਰਖਾਂ ਦੀ ਸੰਗਤਾਂ ਅਸੀਂ ਕੀਤੀਆਂ। ਉਹ ਜਿਹੜੀ ਕਿਰਿਆ ਨੂੰ ਕਰਦੇ ਸੀ, ਸਾਨੂੰ ਉਹ ਪਿੱਛੇ ਉਹ ਕਰਨੀ ਚਾਹੀਦੀ ਸੀ। ਗੁਰੂ ਸਾਹਿਬ ਵੀ ਜਿਹੜੇ ਕਿਰਿਆ ਕਰਦੇ ਸੀ ਦਸਾਂ ਸਰੂਪਾਂ ਦੇ ਵਿੱਚ, ਇੱਥੇ ਜਿਹੜੀ ਹੈ ਸਤਿਗੁਰੂ ਮਹਾਰਾਜ ਨੇ ਗੁਰਮਤਿ ਵਿੱਚ ਕਿਹਾ ਹਿਕਮਤ ਹੁਕਮ ਚੁਕਾਈ ਹੈ। ਅੱਗੇ ਬੋਲੀ ਦਾ ਨਹੀਂ ਹੁੰਦਾ। ਸੱਤ ਵਚਨ ਕਹਿਣ ਦੇ ਅਧਿਕਾਰੀ ਬਣਨਾ, ਸੱਤ ਵਚਨ ਜੀ ਬਸ, ਇਸ ਤੋਂ ਅੱਗੇ ਕੋਈ ਗੱਲ ਨਹੀਂ ਹੁੰਦੀ ਗੁਰੂ ਘਰ 'ਚ। ਜੋ ਹੁਕਮ ਹੋ ਗਿਆ, ਤਾਈਓ ਕਹਿੰਦੇ ਜੋ ਜੋ ਹੁਕਮ ਭਇਓ ਸਾਹਿਬ ਕੋ ਸੋ ਮਾਥੈ ਲੈ ਮੰਨਿਓ। ਜੋ ਜੋ ਹੁਕਮ ਹੁੰਦਾ, ਜਿਹੜੇ ਆਪਾਂ ਅੱਜ ਦੇ ਪੜ੍ਹੇ ਲਿਖੇ ਆ, ਅੱਜ ਦੀ ਦੁਨੀਆ, ਅੱਜ ਦੇ ਲੋਕ ਹੈ, ਕੋਈ ਵੀ ਹੈ, ਇਹ ਹਰ ਗੱਲ ਦੇ ਉੱਤੇ ਗੁਰੂ ਤੋਂ ਹੀ ਕਿੰਤੂ ਕਰਦੇ, ਗੁਰੂ ਨੂੰ ਹੀ ਕਿੰਤੂ ਪ੍ਰੰਤੂ ਕਰਦੇ। ਇਹ ਕਿਉਂ? ਵੈਸੇ ਤਾਂ ਇਹ ਏਦਾਂ ਵੀ ਹੋ ਸਕਦਾ ਸੀ। ਇਹਦਾ ਮਤਲਬ ਸਾਨੂੰ ਗੁਰੂ ਦੀ ਸਮਰੱਥਾ ਤੇ ਉਹਦੇ ਦਿਮਾਗ ਦੇ ਉੱਤੇ ਸ਼ੰਕਾ ਹੈ ਵੀ ਉਹਨਾਂ ਨੇ ਸਾਨੂੰ ਇਹ ਗੱਲ ਕਹੀ। ਮੈਂ ਸ਼ਾਇਦ ਗੁਰੂ ਸਾਹਿਬ ਨੂੰ ਦੱਸ ਦਿਆਂ, ਸ਼ਾਇਦ ਇਹਨਾਂ ਨੂੰ ਪਤਾ ਨਹੀਂ ਵਿਚਾਰਿਆ। ਨਾਲੇ ਗੁਰੂ ਧਾਰਨ ਕਰਨਾ, ਗੁਰੂ ਦਾ ਅਰਥ ਕੀ ਹੈ? ਜੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਜੋ ਕਰਦਾ ਹੈ ਰੂਹ ਦਾ ਅਰਥ ਹੈ ਪ੍ਰਕਾਸ਼। ਗੁਰਦੇਵ ਜੋ ਸਾਡੇ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਕਰਦੇ ਨੇ, ਪ੍ਰਕਾਸ਼ ਦੇਣ ਵਾਲੇ ਗੁਰਦੇਵ ਪਿਤਾ ਜੀ ਜੋ ਸਾਨੂੰ ਦੱਸਦੇ ਨੇ, ਸਿੱਖ ਉਹਨਾਂ ਨੂੰ ਸਮਝਾਉਣ ਚੱਲਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਗੁਰਬਾਣੀ ਰਚੀ ਹੈ, ਜਿੰਨਾ ਇਹਦਾ ਆਕਾਰ ਵੱਡਾ ਹੈ ਬਾਣੀ ਦਾ, ਜਿੰਨੀ ਇਹ ਬਾਣੀ ਵੱਡੀ ਹੈ, ਅੱਜ ਦੇ ਯੁੱਗ ਵਿੱਚ ਸਾਡੀ ਮੱਤ ਉਨੀ ਘੱਟ ਹੋਣ ਕਰਕੇ ਉਹ ਬਾਣੀ ਨੂੰ ਸਿੱਖ ਸਮਝ ਨਹੀਂ ਸਕਦਾ। ਜਿਵੇਂ ਆਮ ਤੌਰ ਤੇ ਅਸੀਂ ਕਹਿ ਦਿੰਦੇ ਹਾਂ ਵੀ ਇੰਨਾ ਪਾਠ ਕਰ ਲਓ ਭਾਈ, ਇਹ ਕਹਿੰਦੇ ਇਹਦੇ ਤੋਂ ਕੀ ਹੋ ਜਾਵੇਗਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਬਾਣੀ ਸ਼ਬਦ ਅਭਿਆਸ ਕਰਨ ਵਾਲੀ। ਤੁਸੀਂ ਇਹ ਦੇਖੋ ਵੀ ਆਪਾਂ ਕਹਿੰਦੇ ਮੂਲ ਮੰਤਰ ਦੇ ਪਾਈ, ਹੁਣ ਅਸੀਂ ਕਹਿੰਦੇ ਮੂਲ ਮੰਤਰ ਦੇ ਪਾਠ ਕਰ ਲਓ। ਇਹ ਸ਼ਬਦ ਦਾ ਅਭਿਆਸ ਕਰਨਾ ਪੈਣਾ। ਜਪਜੀ ਸਾਹਿਬ ਦੇ ਪਾਠ ਕਰ ਲੈਣਾ, ਜਾਂ ਫਿਰ 2 ਘੰਟੇ ਜਿਹਨੂੰ ਕੀਰਤਨ ਹੁੰਦਾ 2 ਘੰਟੇ ਨਿਸ਼ਕਾਮ ਕੀਰਤਨ ਹੀ ਕਰ ਲਓ, ਉਹਦੇ 'ਚ ਵੀ ਉਹੀ ਲਾਭ ਹੈ। ਜਿਵੇਂ ਐਡਲੇਡ ਸ਼ਹਿਰ ਦੇ ਲਾਗੇ ਆਸਟ੍ਰੇਲੀਆ 'ਚ ਰਿਵਰ ਲੈਂਡ ਪੈਂਦਾ, ਉਸ ਏਰੀਏ 'ਚ ਮੀਂਹ ਨਹੀਂ ਸੀ ਪੈਂਦਾ। ਬੜੇ ਆਸਟ੍ਰੇਲੀਆ ਵਾਲੇ ਤੰਗ, ਮੀਂਹ ਪਹਿਲਾਂ ਪੈਂਦਾ ਨਹੀਂ ਸੀ ਹੁੰਦਾ ਜਾਂਦਾ, ਆਹ ਤਾਂ ਹੁਣੇ ਹੜ੍ਹ ਆਉਣ ਲੱਗੇ। ਸੰਗਤ ਨੇ ਉੱਥੇ ਰਹਿਣ ਸਬਾਈ ਕੀਰਤਨ ਰੱਖ ਲਈ, ਸਾਰੇ ਆਸਟ੍ਰੇਲੀਆ ਤੋਂ ਸੰਗਤ ਬੁਲਾਈ। ਉਹਨਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਇਹ ਜਿਹੜਾ ਰਹਿਣ ਸਬਾਈ ਸਮਾਗਮ ਅਸੀਂ ਕਰ ਰਹੇ ਹਾਂ, ਸਾਡੀ ਸੰਗਤ ਦੀ ਇੱਛਾ ਕਿ ਇਸ ਇਲਾਕੇ 'ਚ ਮੀਂਹ ਨਹੀਂ ਪੈਂਦਾ, ਮਹਾਰਾਜ ਬਰਸਾਤ। ਇਹ ਇੱਛਾ ਰੱਖ ਕੇ ਉਹਨਾਂ ਨੇ ਸਾਰੀ ਰਾਤ ਕੀਰਤਨ ਕੀਤਾ। ਹੁਣ ਕੀਰਤਨ ਦਾ ਫਲ ਜੋ ਮਿਲਿਆ ਉਹ ਇਹ ਮਿਲਿਆ ਵੀ ਉੱਥੇ ਇੰਨੀ ਬਰਸਾਤ ਹੁੰਦੀ ਹੈ ਕਿ ਹੁਣ ਗੋਰੇ ਆ ਕੇ ਆਪ ਕਹਿੰਦੇ ਵੀ ਉਹ ਜਿਹੜਾ ਕੀਤਾ ਸੀ ਉਹ ਫੇਰ ਕਰੋ। ਕਿ ਸਾਨੂੰ ਕਈ ਲੱਖਾਂ ਰੁਪਈਆਂ ਦਾ ਇਸ ਕਰਕੇ ਫਾਇਦਾ, ਸਾਡਾ ਪਾਣੀ ਦਾ ਖਰਚਾ ਬਚ ਗਿਆ। ਮੈਂ ਗੱਲ ਕੀਤੀ ਸੀ ਮਹਾਂਪੁਰਸ਼ਾਂ ਦੀ। ਮਹਾਂਪੁਰਸ਼ ਜਦੋਂ ਵੀ ਜਾਂਦੇ ਭਲਾਂ ਦੀ ਪਰਿਕਰਮਾ ਕਿਉਂ ਚੱਲੀਆਂ? ਗੁਰੂ ਦੀਆਂ ਪਰਿਕਰਮਾ। ਹੋਰ ਕਈ ਥਾਵਾਂ ਤੇ ਤੁਸੀਂ ਜਾਓ, ਦੂਜੇ ਧਰਮਾਂ ਵਿੱਚ ਪਰਿਕਰਮਾ ਬਣੀਆਂ ਹੀ ਨਹੀਂ ਹੁੰਦੀਆਂ। ਨੋਟ ਕਰੋ, ਗੁਰੂ ਘਰ ਵਿੱਚ ਜਾਓਗੇ ਪ੍ਰਕਾਸ਼ ਇਸ ਢੰਗ ਨਾਲ ਹੋਊਗਾ ਕਿ ਪਰਿਕਰਮਾ ਹੋ ਸਕੇ। ਇਹ ਸਾਡੇ ਸ਼ੁਰੂ ਵਿੱਚ ਗੁਰੂ ਨਾਨਕ ਦੇਵ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਗੁਰੂ ਅੰਗਦ ਸਾਹਿਬ ਦੇ, ਤਾਂ ਉਹਨਾਂ ਦੀਆਂ 3 ਪਰਿਕਰਮਾ ਕੀਤੀਆਂ। ਫਿਰ ਚੌਥੇ ਪਾਤਸ਼ਾਹ ਵੇਲੇ ਤੋਂ ਲਾਵਾਂ ਹੋਈਆਂ, 4 ਪਰਿਕਰਮਾ ਹੋਈਆਂ। ਫਿਰ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀਆਂ 5 ਪਰਿਕਰਮਾ, 5 ਵਾਰ ਮੱਥਾ ਟੇਕ ਕੇ 5 ਪਰਿਕਰਮਾ ਕੀਤੀਆਂ। ਮਹਾਰਾਜ ਕਹਿੰਦੇ ਪਰਿਕਰਮਾ ਕਿਉਂ ਕੀਤੀਆਂ? ਜਦੋਂ ਆਪਾਂ ਆਪਣੀ ਬੁੱਧੀ ਲੜਾਉਂਦੇ, ਸਾਰੇ ਜਣੇ ਆਪਣੀ ਬੁੱਧੀ ਲੜਾਉਣ ਵਿੱਚ ਆਪਾਂ ਕਾਮਯਾਬ ਨਹੀਂ, ਆਪਣੀ ਬੁੱਧੀ ਲੜਾਉਣ ਵਿੱਚ ਆਪਾਂ ਫੇਲ ਹੋ ਜਾਂਦੇ ਹਾਂ। ਜਿਨ੍ਹਾਂ ਨੇ ਇੰਨੀਆਂ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਬੜੇ ਬੜੇ ਮਹਾਂਪੁਰਖਾਂ ਨੇ, ਜਦੋਂ ਮਹਾਂਪੁਰਖ ਜਾਂਦੇ ਸੀ ਹਰਿਮੰਦਰ ਸਾਹਿਬ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਸਰੋਵਰ ਦੇ ਦੁਆਲੇ 13 ਵਾਰੀ ਪਰਿਕਰਮਾ ਕਰਦੇ ਸੀ। ਫਿਰ
ਦਰਬਾਰ ਸਾਹਿਬ ਦੇ ਚਾਰੇ ਪਾਸੇ 13 ਵਾਰੀ ਫਿਰ ਉੱਥੇ ਪਰਿਕਰਮਾ ਕਰਨੀ। ਜਦ ਆਪਾਂ ਕਹੀਏ ਉਹ ਐਵੇਂ ਝੂਠੇ ਸੀ ਵੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਉਹਨਾਂ ਨੂੰ ਕਿਸੇ ਦਾ, ਸਾਨੂੰ ਪਤਾ। ਹੁਣ ਲੋਕ ਕੀ ਕਹਿੰਦੇ ਇਹਦਾ ਕੀ ਫਾਇਦਾ ਜੀ, ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣ ਦਾ ਕੀ ਫਾਇਦਾ ਜੀ। ਭੋਲਿਓ, ਉਹ ਸਾਡੀ ਕੌਮ ਇੰਨੀ ਭੋਲੀ ਹੈ, ਸਾਡੇ ਵਿੱਚ ਗਲਤ ਬੰਦੇ ਵੜ ਕੇ ਸਾਨੂੰ ਇਹੋ ਜਿਹਾ ਪ੍ਰਚਾਰ ਕਰਦੇ ਵੀ ਇਹਨਾਂ ਦਾ ਫਾਇਦਾ ਨਾ ਹੋਵੇ। ਉਹ ਇਹ ਸਾਡੇ ਉਹ ਗੱਲ ਹੋ ਗਈ ਜਿਹੜੀ ਉਹ ਸ਼ਾਹ ਸਿਕੰਦਰ ਆਪੇ ਹਯਾਤ ਨੂੰ ਲੱਭਦਾ ਜਦੋਂ ਪਹੁੰਚਿਆ, ਜਦੋਂ ਬੁੱਕ ਭਰ ਲਿਆ ਅੰਮ੍ਰਿਤ ਦਾ, ਤਾਂ ਉਸ ਵਕਤ ਇੰਦਰ ਦੇਵਤੇ ਨੇ ਸੋਚਿਆ ਵੀ ਜੇ ਇਹਨੇ ਅੰਮ੍ਰਿਤ ਛਕ ਲਿਆ ਇਹ ਅਮਰ ਹੋ ਜਾਏਗਾ, ਇਹਨੂੰ ਇੰਦਰ ਪਦਵੀ ਮਿਲੇਗੀ। ਇੰਦਰ ਇੱਕ ਪਦਵੀ ਹੈ, ਉਹਦੇ ਤੇ ਕੋਈ ਵੀ ਬੈਠਦਾ। ਉਸ ਵਕਤ ਤੇ ਇੰਦਰ ਨੇ ਸੋਚਿਆ ਵੀ ਜੇ ਇਹਨੇ ਅੰਮ੍ਰਿਤ ਛਕ ਲਿਆ, ਅਮਰ ਹੋ ਕੇ ਮੇਰੀ ਗੱਦੀ ਰੋਕ ਲਵੇਗਾ, ਇੰਦਰ ਪਦਵੀ ਪਾ ਲਵੇਗਾ। ਉਹਨੇ ਆਪਣੀ ਘਰ ਵਾਲੀ ਨੂੰ ਕਿਹਾ, ਮੇਨਕਾ, ਕਰਤਾਚੀ, ਹੋਰ ਕਈ ਵਾਰ 3-4 ਰਾਣੀਆਂ ਆਪਣੀਆਂ, ਉਹਨੂੰ ਕਹਿ ਦਿੱਤਾ ਜਾ ਕੇ ਤੂੰ ਇੱਕ ਗਿਲਜ ਹੁੰਦੀ ਹੈ ਜਾਂ ਗਿੱਧ ਕਹਿ ਲੋ ਜਾਂ ਉਹਨੂੰ ਇੱਲ ਕਹਿ ਲੋ, ਉਹ ਰੂਪ ਧਾਰਿਆ ਸੜਿਆ ਗਿਆ, ਰੂਪ ਵਟਾਉਣ ਵਿੱਚ ਇਹ ਮਹਾਰਤਾ ਹਾਸਲ ਹੁੰਦੀ ਹੈ ਨਾ। ਜਾ ਕੇ ਉੱਥੇ ਬੈਠ ਤੇ ਉਹਨੂੰ ਪ੍ਰੇਰਨਾ ਦੇ ਕੇ ਉਹ ਬੁੱਕ ਭਰ ਕੇ ਮੂੰਹ ਚ ਨਾ ਪਾ ਲਵੇ। ਜੇ ਉਹ ਮੂੰਹ ਚ ਬੁੱਕ ਪਾਉਂਦਾ ਹੈ ਤਾਂ ਮੇਰੇ ਇਸ ਸਿੰਘਾਸਣ ਨੂੰ ਖਤਰਾ। ਉਹ ਗਿੱਧ ਉੱਤੇ ਬਣ ਕੇ ਬੈਠੀ, ਖੰਭ ਝੜੇ ਹੋਏ ਨੇ, ਸਰੀਰ ਦੇ ਵਿੱਚੋਂ ਮਿੱਝ ਤੇ ਪਾ ਕੇ ਨਿਕਲ ਰਹੀ ਹੈ, ਬੁਰਾ ਹਾਲ, ਮੁਸ਼ਕ ਆਉਂਦਾ ਵਿੱਚ। ਜਦੋਂ ਇੱਥੇ ਲਿਆਇਆ ਪੀਣ ਨੂੰ, ਉਹ ਹੱਸ ਪਈ, ਉਹ ਰੋ ਗਿਆ। ਤੂੰ ਅਸੀਂ ਹੈ, ਕਹਿੰਦੀ ਪੀ ਲਾ, ਮੈਂ ਵੀ ਅਮਰ ਹੋ ਗਈ ਸੀ ਪੀ ਕੇ, ਹੁਣ ਮੈਂ ਮਰਦੀ ਨਹੀਂ, ਪਰ ਆਹ ਹਾਲ ਹੈ ਮੇਰਾ। ਪੀਣ ਨਾਲ ਕੀ ਹੋਊਗਾ, ਮਰੇਗਾ ਨਹੀਂ। ਆ ਦੇਖ ਲੈ, ਮੈਂ ਮਰਦੀ ਨਹੀਂ, ਮੇਰੇ ਸਰੀਰ ਦਾ ਦੇਖ ਕੀ ਹਾਲ, ਤੂੰ ਵੀ ਏਦਾਂ ਦਾ ਹੀ ਹੋ ਜਾਏਗਾ। ਬਾਣੀ ਅੰਦਰ ਤੁਕ ਲਿਖੀ ਹੈ, ਕਰਮ ਹੈ ਅੰਮ੍ਰਿਤਾਨ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਹੱਥ ਵਿੱਚ ਆਇਆ ਹੋਇਆ ਅੰਮ੍ਰਿਤ ਹੈ ਛੱਡਤਾ। ਕਹਿੰਦਾ ਅੱਛਾ ਇੰਨਾ ਮਾੜੀ ਚੀਜ਼ ਹੈ, ਮੈਂ ਤਾਂ ਆਖਿਆ ਮੈਂ ਅਮਰ ਹੋ ਜਾਊਂਗਾ। ਉਹ ਛੱਡ ਕੇ ਹੀ ਮੁੜਿਆ, ਉਹ ਉੜਦੀ ਬਣੀ। ਇੰਦਰ ਤੋਂ ਜਾ ਕੇ ਕਹਿੰਦੀ ਲੈ ਕਰਿਆ ਜੀ ਕੰਮ ਆਪਣਾ। ਉਹ ਨਹੀਂ ਛੱਡਦਾ, ਉਹ ਸ਼ਾਬਾਸ਼ ਦਿੰਦਾ। ਏਦਾਂ ਦੇ ਉਹ ਗਿਲਜਾਂ ਸਾਡੇ ਚ ਬੜੀਆਂ ਹੋਈਆਂ ਜਿਹੜੀਆਂ ਤੁਹਾਨੂੰ ਕਹਿੰਦੇ ਪਰਿਕਰਮਾ ਦੀ ਕੀ ਲੋੜ ਹੈ, ਨਿਸ਼ਾਨ ਸਾਹਿਬ ਦੀ ਕੀ ਲੋੜ ਹੈ, ਇਹਦੀ ਕੀ ਲੋੜ ਹੈ। ਤਾਂ ਤੁਸੀਂ ਉਹਨਾਂ ਦੇ ਮਗਰ ਲੱਗ ਤੁਰਦੇ ਹੋ ਹਰੇਕ ਲਈ। ਨੁਕਸਾਨ ਕਿਹਨੂੰ ਹੁੰਦਾ ਹੈ? ਔਰ ਤੁਸੀਂ 10 ਸਾਲ ਹਲੇ ਉਹਨਾਂ ਦੀ ਗੱਲਾਂ ਹੋਰ ਮੰਨੀ ਜਾਓ, 5 ਸਾਲ ਮੰਨੀ ਜਾਓ, 5 ਸਾਲਾਂ ਤੱਕ ਵੀ ਤੁਸੀਂ ਉੱਥੇ ਹੀ ਬੈਠੇ ਰਹਿਣਾ। ਕੋਈ ਤੁਹਾਡੀ ਰੂਹਾਨੀ ਤਰੱਕੀ ਨਹੀਂ, ਕੋਈ ਬਖਸ਼ਿਸ਼ ਨਹੀਂ, ਕੁਛ ਨਹੀਂ। ਇੱਥੇ ਹੁਣ ਵੀ ਮੈਨੂੰ ਸਿੰਘ ਕਹਿੰਦੇ ਨੇ, ਪਿਛਲੇ ਹੋਰ ਥਾਵਾਂ ਤੇ ਮੈਂ ਜਾਂਦਾ, ਸਿੰਘ ਕਹਿੰਦੇ ਜੀ ਸਾਲ ਤਾਂ ਬੜੇ ਹੋ ਗਏ, ਗੁਰਦੁਆਰੇ ਵੀ ਜਾਂਦੇ ਆ, ਕੀਰਤਨ ਵੀ ਸੁਣਦੇ ਆ, ਉਹ ਗੱਲ ਜੀ ਬਣੀ ਨਹੀਂ। ਮੈਂ ਕਿਹਾ ਬਣਨੀ ਨਹੀਂ, ਭਾਵੇਂ ਹੋਰ 20 ਸਾਲ ਏਦਾਂ ਹੀ ਜਾਈ ਜਾਓ, ਕੁਛ ਨਹੀਂ ਬਣਨਾ। ਤੁਸੀਂ ਸ਼ਬਦ ਨੂੰ ਗੁਰੂ ਸੱਚਮੁੱਚ ਮੰਨੇ ਹੀ ਨਹੀਂ। ਜੇ ਕੋਈ ਗੁਰੂ ਮੰਨੇ ਨਾ ਸ਼ਬਦ ਨੂੰ, ਉਹ ਤਾਂ ਸਤਿਕਾਰ ਹੀ ਹੋਰ ਢੰਗ ਨਾਲ ਕਰਦਾ। ਸਤਿਗੁਰੂ ਜੀ ਨੂੰ ਗੁਰੂ ਮੰਨ ਕੇ ਨਹੀਂ ਦੇਖਿਆ ਆਪਾਂ ਨੇ। ਸਤਿਗੁਰੂ ਸੱਚ, ਇਸ ਗੱਲ ਦੀ ਮਾਫੀ ਦਿਓ, ਅੱਜ ਦਾ ਸਿੱਖ ਕਹਿੰਦਾ ਮੈਂ ਗੁਰੂ ਹਾਂ, ਤੂੰ ਮੇਰੇ ਤੋਂ ਸਿੱਖਿਆ ਲੈ ਲਾ, ਤੂੰ ਤਾਂ ਪੜ੍ਹਿਆ ਲਿਖਿਆ ਨਹੀਂ ਹੈਗਾ। ਅੱਜ ਸਿੱਖ ਗੁਰੂ ਨੂੰ ਸਿੱਖਿਆ ਦਿੰਦਾ ਤੇ ਗੁਰੂ ਦੀ ਸਿੱਖਿਆ ਆਪ ਗ੍ਰਹਿਣ ਨਹੀਂ ਕਰਦਾ। ਮੈਂ ਕਹਿੰਦਾ ਇੱਕ ਮਾੜੀ ਜੀ ਗੱਲ ਦੇ ਉੱਤੇ ਪਹਿਰਾ ਵੀ ਦਿਓ ਨਾ, ਗੁਰੂ ਸਾਹਿਬ ਖੁਸ਼ ਹੁੰਦੇ ਆ। ਬ੍ਰਹਮੰਡ ਦੀ ਰਚਨਾ ਸਿਰਫ ਸ਼ਬਦ ਨਾਲ ਹੋਈ ਹੈ। ਓਮਕਾਰ ਅੱਖਰ ਕਹਿ ਕੇ ਰਚਨਾ ਹੋ ਗਈ। ਹੁਣ ਸਰੀਰ ਬਣ ਗਿਆ ਆਪਣਾ। ਹੁਣ ਇਸ ਉੱਤੇ ਅੱਗੇ ਤਰੱਕੀ ਹੋਣੀ ਹੈ ਮੂਲ ਮੰਤਰ ਦੇ ਅਭਿਆਸ ਨਾਲ। ਓਮਕਾਰ ਆਇਓ 5 ਵਾਰੀ ਸਾਲ ਦੀ ਮਰਿਆਦਾ, ਕਥਾ ਕਰਨ ਤੋਂ ਪਹਿਲਾਂ 5 ਵਾਰੀ ਮੂਲ ਮੰਤਰ ਹੋਣਾ ਚਾਹੀਦਾ। ਮਹਾਂਪੁਰਖ ਕਹਿੰਦੇ ਜਿਨ੍ਹਾਂ ਨੇ ਕਥਾ ਕਰਨੀ ਹੈ, ਕਥਾ ਕਰਨ ਤੋਂ ਪਹਿਲਾਂ 2 ਸਾਲ ਹੋ ਬੈਠ ਕੇ 36 ਲੱਖ ਮੂਲ ਮੰਤਰ ਦਾ ਪਾਠ ਕਰੋ, ਫਿਰ ਕਥਾ 'ਚ ਬੈਠੋ। ਕਥਾ ਕਰਨ ਤੋਂ ਪਹਿਲਾਂ 25,000 ਵਾਰੀ ਵਾਹਿਗੁਰੂ ਮੰਤਰ ਦਾ ਅਭਿਆਸ ਕਰਕੇ ਫਿਰ ਜਾ ਕੇ ਕਥਾ ਕਰਨ ਬੈਠੋ। ਫਿਰ ਤੁਹਾਡੀ ਕਥਾ ਦਾ
ਪ੍ਰਭਾਵ ਪਵੇਗਾ, ਫਿਰ ਉਹਦਾ ਅਸਰ ਪਵੇਗਾ, ਫਿਰ ਕੋਈ ਉਹਨੂੰ ਕਮਾਵੇਗਾ। ਕਥਾ ਕਰਨ ਵਾਲੇ ਤਾਂ ਬਹੁਤ ਨੇ ਦੁਨੀਆ 'ਚ,